Dear students, ਆਪਾਂ ਹੁਣ ਤੱਕ ਦੇ ਜੋ ਟੌਪਿਕ ਪੜ੍ਹੇ ਹਨ ਸਵਿਚ ਗੇਅਰ ਚੈਪਟਰ ਦੇ ਵਿੱਚ ਦੇਖੋ ਇਹ ਚੈਪਟਰ ਹੈ ਸਵਿਚ ਗੇਅਰ। ਇਹਦੇ ਚੈਪਟਰ ਦੇ ਅੰਡਰ ਜਿਹੜੇ ਆਪਾਂ ਟੌਪਿਕ ਪੜ੍ਹੇ ਹੈ ਉਹ ਹੈ ਸਵਿਚ ਗੇਅਰ। ਵੀ ਸਵਿਚ ਗੇਅਰ ਐਕਚੁਅਲ 'ਚ ਹੁੰਦਾ ਕੀ ਹੈ, ਜਿਸ ਤਰ੍ਹਾਂ ਇਹਦੇ ਵਿੱਚ ਮੈਂ ਤੁਹਾਨੂੰ ਦੱਸਿਆ ਸੀ ਕਿ ਕਿਸੇ ਵੀ ਸਰਕਟ ਨੂੰ ਆਪਾਂ ਜਦੋਂ ਸਵਿਚਿੰਗ, ਪ੍ਰੋਟੈਕਟਿੰਗ ਅਤੇ ਕੰਟਰੋਲਿੰਗ, ਮਤਲਬ ਉਹ 'ਚ ਸਵਿਚਿੰਗ ਵੀ ਕਰਦੇ ਹਾਂ, ਉਹਨੂੰ ਪ੍ਰੋਟੈਕਟ ਵੀ ਕਰਦੇ ਹਾਂ ਤਾਂ ਉਹਦੇ ਸਰਕਟ ਨੂੰ ਕੰਟਰੋਲ ਵੀ ਕਰਦੇ ਹਾਂ। ਇਹ ਸਾਰੀ ਅਸੈਂਬਲੀ ਦੇ ਜੋ ਵੀ ਇਹਦੇ ਵਿੱਚ ਅਸੈਸਰੀਜ਼ ਲੱਗਦੀਆਂ ਸਾਰੀ ਅਸੈਂਬਲੀ ਨੂੰ ਆਪਾਂ ਕਹਿ ਦਿੰਦੇ ਹਾਂ ਸਵਿਚ ਗੇਅਰ। ਸਵਿਚ ਗੇਅਰ ਤੋਂ ਬਾਅਦ ਆਪਾਂ ਪੜ੍ਹਿਆ ਸੀ ਸਵਿਚ ਕੀ ਹੁੰਦਾ ਹੈ, ਆਈਸੋਲੇਟਰ ਕੀ ਹੁੰਦਾ ਹੈ ਅਤੇ ਸਰਕਟ ਬ੍ਰੇਕਰ ਕੀ ਹੁੰਦਾ ਹੈ। ਮਤਲਬ ਸਵਿਚ, ਆਈਸੋਲੇਟਰ ਅਤੇ ਸਰਕਟ ਬ੍ਰੇਕਰ ਕੀ ਡਿਫਰੈਂਸ ਹੈ। ਇਹਦੇ ਵਿੱਚ ਆਪਾਂ ਪੜ੍ਹਿਆ ਸੀਗਾ ਕਿ ਸਵਿਚ ਜਿਹੜਾ ਹੁੰਦਾ ਹੈ ਇਹਨੂੰ ਆਪਾਂ ਫੁੱਲ ਲੋਡ, ਨੋ ਲੋਡ ਅਤੇ ਔਨ ਲੋਡ 'ਤੇ ਆਪਾਂ ਇਹਨੂੰ ਓਪਰੇਟ ਕਰ ਸਕਦੇ ਹਾਂ, ਮੇਕ ਅਤੇ ਬ੍ਰੇਕ ਕਰ ਸਕਦੇ ਹਾਂ ਸਰਕਟ ਨੂੰ। ਜਿਹੜਾ ਆਈਸੋਲੇਟਰ ਹੁੰਦਾ ਇਹ ਓਨਲੀ ਐਂਡ ਓਨਲੀ ਆਫ ਲੋਡ 'ਤੇ ਆਪਾਂ ਇਹਨੂੰ ਓਪਰੇਟ ਕਰਦੇ ਹੈਗੇ ਹਾਂ, ਔਨ ਲੋਡ 'ਤੇ ਨਹੀਂ ਓਪਰੇਟ ਕਰਦੇ। ਮਤਲਬ ਆਈਸੋਲੇਟਰ ਆਪਾਂ ਉੱਥੇ ਯੂਜ਼ ਕਰਦੇ ਹਾਂ ਜਿਸ ਆਪਾਂ ਕਿਸੇ ਪਰਟੀਕੂਲਰ ਸੈਕਸ਼ਨ ਨੂੰ ਆਈਸੋਲੇਟ ਕਰਨਾ ਹੋਏ, ਠੀਕ ਹੈ ਜੀ। ਅਤੇ ਉਸ ਤੋਂ ਬਾਅਦ ਆਪਾਂ ਪੜ੍ਹੇ ਸੀ ਸਰਕਟ ਬ੍ਰੇਕਰ। ਸਰਕਟ ਬ੍ਰੇਕਰਸ ਕੀ ਹੁੰਦੇ ਆ ਕਿ ਇਹਦੇ ਵਿੱਚ ਆਪਾਂ ਇਹਨਾਂ ਨੂੰ ਔਨ ਲੋਡ, ਆਫ ਲੋਡ ਅਤੇ ਫਾਲਟ ਸਰਕਟ ਦੇ ਵਿੱਚ ਵੀ ਆਪਾਂ ਫਾਲਟ ਕਰਨ ਜਦੋਂ ਫਲੋ ਕਰਦਾ ਹੈ ਸਰਕਟ ਦੇ ਵਿੱਚ ਉਸ ਕੰਡੀਸ਼ਨ 'ਚ ਵੀ ਆਪਾਂ ਇਹਨੂੰ ਓਪਰੇਟ ਕਰ ਸਕਦੇ ਹਾਂ। ਅਤੇ ਜਿਹੜੇ ਸਰਕਟ ਬ੍ਰੇਕਰਸ ਹੁੰਦੇ ਆ ਇਹਨੂੰ ਆਪਾਂ ਮੈਨੂਅਲੀ ਵੀ ਓਪਰੇਟ ਕਰ ਸਕਦੇ ਹਾਂ ਅਤੇ ਕਿਸੇ ਰਿਮੋਟ ਦੇ ਨਾਲ ਵੀ ਓਪਰੇਟ ਕਰ ਸਕਦੇ ਹਾਂ ਅਤੇ ਫਾਲਟ ਕੰਡੀਸ਼ਨ ਵਿੱਚ ਇਹ ਆਟੋਮੈਟਿਕਲੀ ਆਪਾਂ ਇਹਨੂੰ ਓਪਰੇਟ ਕਰਦੇ ਹੈਗੇ ਹਾਂ। ਉਸ ਤੋਂ ਬਾਅਦ ਆਪਾਂ ਪੜ੍ਹਿਆ ਸੀ ਓਪਰੇਟਿੰਗ ਪ੍ਰਿੰਸੀਪਲ ਆਫ ਸਰਕਟ ਬ੍ਰੇਕਰ, ਵੀ ਸਰਕਟ ਬ੍ਰੇਕਰ ਕਿਸ ਪ੍ਰਿੰਸੀਪਲ 'ਤੇ ਵਰਕ ਕਰਦਾ ਹੈਗਾ। ਉਹਦੇ ਵਿੱਚ ਜਿਹੜੇ ਸਰਕਟ ਬ੍ਰੇਕਰ ਦੇ ਵਿੱਚ ਕੰਟੈਕਟਸ ਦੇ ਇਨ ਬਿਟਵੀਨ ਆਰਕ ਬਣਦੀ ਹੈ, ਉਹ ਆਰਕ ਦਾ ਕੀ ਫਿਨੋਮੀਨਾ ਹੈਗਾ, ਵੀ ਕਿਸ ਤਰ੍ਹਾਂ ਆਰਕ ਜਿਹੜੀ ਆ ਉਹ ਜਨਰੇਟ ਹੁੰਦੀ ਹੈ। ਉਸ ਤੋਂ ਬਾਅਦ ਆਪਾਂ ਪੜ੍ਹਿਆ ਸੀ ਪ੍ਰਿੰਸੀਪਲ ਆਫ ਆਰਕ ਐਕਸਟੈਂਸ਼ਨ, ਵੀ ਆਰਕ ਐਕਸਟੈਂਸ਼ਨ ਮਤਲਬ ਆਰਕ ਨੂੰ ਖਤਮ ਕਰਨ ਦੇ ਕਿਹੜੇ ਕਿਹੜੇ ਪ੍ਰਿੰਸੀਪਲਸ ਆਪਾਂ ਯੂਜ਼ ਕਰਦੇ ਹਾਂ। ਇਹਦੇ ਵਿੱਚ ਆਪਾਂ ਪੜ੍ਹਿਆ ਸੀ ਪੋਟੈਂਸ਼ੀਅਲ ਡਿਫਰੈਂਸ ਬਿਟਵੀਨ ਦਾ ਕੰਟੈਕਟਸ ਅਤੇ ਦੂਜਾ ਪੜ੍ਹਿਆ ਸੀ ਆਇਓਨਾਈਜ਼ਡ ਪਾਰਟੀਕਲ ਬਿਟਵੀਨ ਦਾ ਕੰਟੈਕਟਸ। ਮਤਲਬ ਦੋ ਤਰੀਕੇ ਨਾਲ ਆਪਾਂ ਜਾਂ ਤਾਂ ਪੋਟੈਂਸ਼ੀਅਲ ਡਿਫਰੈਂਸ ਨੂੰ ਉਹਦੇ ਵਿੱਚ ਇਹਨੂੰ ਕੰਟਰੋਲ ਕਰਕੇ ਕਰ ਸਕਦੇ ਹਾਂ ਅਤੇ ਜਾਂ ਆਪਾਂ ਇਹਨੂੰ ਜਿਹੜਾ ਵਿਚਲਾ ਪੋਰਸ਼ਨ ਹੁੰਦਾ ਜਿੱਥੇ ਆਰਕ ਜਨਰੇਟ ਹੋਈ ਹੁੰਦੀ ਹੈ ਪਾਰਟੀਕਲ, ਉਸ ਪੋਰਸ਼ਨ ਨੂੰ ਡੀਆਇਓਨਾਈਜ਼ਡ ਕਰਕੇ ਆਪਾਂ ਇਹਨੂੰ ਆਰਕ ਨੂੰ ਐਕਸਟੈਂਡ ਕਰ ਸਕਦੇ ਹਾਂ, ਖਤਮ ਕਰ ਸਕਦੇ ਹਾਂ। ਉਸ ਤੋਂ ਬਾਅਦ ਆਪਾਂ ਪੜ੍ਹੇ ਸੀ ਮੈਥਡਸ ਆਫ ਆਰਕ ਐਕਸਟੈਂਸ਼ਨ, ਕਿਹੜੇ ਕਿਹੜੇ ਮੈਥਡਸ ਆਪਾਂ ਯੂਜ਼ ਕਰ ਸਕਦੇ ਹਾਂ। ਇਹਦੇ ਵਿੱਚ ਦੋ ਤਰ੍ਹਾਂ ਦੇ ਮੇਨ ਮੈਥਡ ਹੁੰਦੇ, ਇੱਕ ਹੁੰਦਾ ਹਾਈ ਰੈਜ਼ਿਸਟੈਂਸ ਮੈਥਡ, ਇੱਕ ਹੁੰਦਾ ਲੋ ਰੈਜ਼ਿਸਟੈਂਸ ਮੈਥਡ ਜਾਂ ਜ਼ੀਰੋ ਕਰੰਟ ਮੈਥਡ। ਜਿਹੜਾ ਹਾਈ ਰੈਜ਼ਿਸਟੈਂਸ ਮੈਥਡ ਹੈ ਮੋਸਟਲੀ ਆਪਾਂ ਜਿਹੜਾ ਇਹਨੂੰ ਯੂਜ਼ ਕਰਦੇ ਹਾਂ ਡੀਸੀ ਦੇ ਵਿੱਚ ਯੂਜ਼ ਕਰਦੇ ਹਾਂ। ਏਸੀ ਦੇ ਵਿੱਚ ਇਹ ਸਿਰਫ ਲੋ ਕਪੈਸਿਟੀ ਵਾਲੇ ਜਿਹੜੇ ਸਰਕਟ ਬ੍ਰੇਕਰਸ ਆ ਉਹਦੇ 'ਚ ਯੂਜ਼ ਕਰ ਸਕਦੇ ਹਾਂ। ਬਟ ਜਿਹੜਾ ਲੋ ਰੈਜ਼ਿਸਟੈਂਸ ਮੈਥਡ ਹੁੰਦਾ ਇਹਨੂੰ ਆਪਾਂ ਓਨਲੀ ਐਂਡ ਓਨਲੀ ਏਸੀ ਕਰੰਟ ਦੇ ਵਿੱਚ ਯੂਜ਼ ਕਰਦੇ ਹਾਂ, ਕਿਉਂਕਿ ਏਸੀ ਜਿਹੜੀ ਆਲਟਰਨੇਟਿੰਗ ਕਰੰਟ ਹੈ ਇਹਦੇ ਵਿੱਚ ਤੁਸੀਂ ਦੇਖਦੇ ਹਾਂ ਜਦੋਂ ਆਪਾਂ ਵੇਵ ਬਣਾਉਂਦੇ ਹਾਂ ਇੱਕ ਸਰਕਲ ਦੇ ਵਿੱਚ 3 ਵਾਰੀ ਆਟੋਮੈਟਿਕਲੀ ਜਿਹੜਾ ਕਰੰਟ ਹੈ, ਚਾਹੇ ਉਹ ਫਾਲਟ ਕਰੰਟ ਹੈ ਚਾਹੇ ਨੋਰਮਲ ਕਰੰਟ ਆ, ਆਟੋਮੈਟਿਕਲੀ ਜ਼ੀਰੋ 'ਤੇ ਆਉਂਦਾ। ਇੱਕ ਵਾਰੀ ਪੋਜ਼ੀਟਿਵ ਜਾਂਦਾ ਮੀਨਸ ਮੈਕਸੀਮਮ ਪੋਜ਼ੀਟਿਵ ਵਾਲੇ ਪਾਸੇ ਨੂੰ, ਦੂਜੇ ਪਾਸੇ ਰਿਵਰਸ ਨੈਗੇਟਿਵ ਵਾਲੇ ਪਾਸੇ ਨੂੰ। ਅਤੇ ਉੱਦਾਂ ਵੈਸੇ ਸੈਂਟਰ 'ਚੋਂ 3 ਵਾਰੀ ਇੱਕ ਸਰਕਲ ਦੇ ਵਿੱਚ ਜ਼ੀਰੋ ਹੋ ਜਾਂਦਾ। ਇਸ ਕਰਕੇ ਜ਼ੀਰੋ ਜਦੋਂ ਕਰੰਟ ਹੁੰਦਾ ਤਾਂ ਆਪਾਂ ਉਹਦੀ ਸਰਕਟ ਦੀ ਰੈਜ਼ਿਸਟੈਂਸ ਜਿਹੜੀ ਆ ਉਸ ਕੰਟੈਕਟਸ ਦੇ ਵਿੱਚ ਜਿਹੜੀ ਜਿੱਥੇ ਆਰਕ ਜਨਰੇਟ ਹੋਈ ਆ ਉਹਦੀ ਰੈਜ਼ਿਸਟੈਂਸ ਨੂੰ ਆਪਾਂ ਇਨਕਰੀਜ਼ ਕਰ ਦਿੰਦੇ ਹਾਂ, ਹਾਈ ਕਰ ਦਿੰਦੇ ਹਾਂ। ਬਟ ਕਰਦੇ ਕਦੋਂ, ਜਦੋਂ ਜ਼ੀਰੋ ਕਰੰਟ ਹੁੰਦਾ। ਇਸ ਕਰਕੇ ਇਹਦਾ ਮੈਥਡ ਦਾ ਨਾਂ ਹੈ ਜ਼ੀਰੋ ਕਰੰਟ ਮੈਥਡ। ਅਤੇ ਉਦੋਂ ਤੱਕ ਜਿਹੜੀ ਆ ਆਰਕ ਹੈ ਉਹਦੇ ਇਨ ਬਿਟਵੀਨ ਜਿਹੜੀ ਰੈਜ਼ਿਸਟੈਂਸ ਹੈ ਉਹਨੂੰ ਆਪਾਂ ਮਿਨੀਮਮ ਰੱਖਦੇ ਹਾਂ ਤਾਂ ਕਿ ਕਰੰਟ ਫਲੋ ਕਰੇ। ਲੇਕਿਨ ਜਦੋਂ ਹੀ ਕਰੰਟ ਜ਼ੀਰੋ ਹੁੰਦਾ ਆ ਤਾਂ ਉਦੋਂ ਆਪਾਂ ਉਹਨੂੰ ਮੈਕਸੀਮਮ ਕਰ ਦਿੰਦੇ ਹਾਂ। ਦੈਟ ਇਜ਼ ਕਾਲਡ ਲੋ ਰੈਜ਼ਿਸਟੈਂਸ ਔਰ ਜ਼ੀਰੋ ਕਰੰਟ ਮੈਥਡ। ਉਸ ਤੋਂ ਬਾਅਦ ਆਪਾਂ ਪੜ੍ਹ ਚੁੱਕੇ ਹਾਂ ਹੁਣ ਵੋਲਟੇਜ ਰੇਟਿੰਗ ਆਫ ਆਰਕ। ਆਰਕ ਦੇ ਅਗੇਂਸਟ ਕਿਹੜੀ ਕਿਹੜੀ ਵੋਲਟੇਜ ਬਣਦੀ ਹੈ ਉਹ ਆਪਾਂ ਪੜ੍ਹਿਆ। ਇੱਕ ਹੈ ਆਰਕ ਵੋਲਟੇਜ, ਉਸ ਤੋਂ ਬਾਅਦ ਫਿਰ ਆਪਾਂ ਪੜ੍ਹਿਆ ਸੀਗਾ ਰੀਸਟੈਕਿੰਗ ਵੋਲਟੇਜ, ਤੀਜਾ ਪੜ੍ਹਿਆ ਸੀ ਰਿਕਵਰੀ ਵੋਲਟੇਜ। 3 ਤਰ੍ਹਾਂ ਦੀਆਂ ਵੋਲਟੇਜਸ ਜਿਹੜੀਆਂ ਆਰਕ ਦੇ ਅਗੇਂਸਟ ਹੁੰਦੀਆਂ, ਡਾਇਗਰਾਮ ਤੁਸੀਂ ਦੇਖੀ ਸੀ, ਸਾਰਾ ਕੁਛ ਆਪਾਂ ਪੜ੍ਹਿਆ। ਉਸ ਤੋਂ ਬਾਅਦ ਆ ਗਿਆ ਸਰਕਟ ਬ੍ਰੇਕਰ ਰੇਟਿੰਗਸ। ਸਰਕਟ ਬ੍ਰੇਕਰ ਰੇਟਿੰਗਸ ਕਿੰਨੀ, ਮਤਲਬ ਸਰਕਟ ਬ੍ਰੇਕਰ ਦੀਆਂ ਕਿੰਨੀ ਤਰ੍ਹਾਂ ਦੀਆਂ ਰੇਟਿੰਗਸ। ਜਦੋਂ ਆਪਾਂ ਸਰਕਟ ਬ੍ਰੇਕਰ ਪਰਚੇਜ਼ ਕਰਦੇ ਹਾਂ ਤਾਂ ਉਹਦੀ ਨੇਮ ਪਲੇਟ ਦੇ ਉੱਤੇ ਕਿਹੜੀਆਂ ਰੇਟਿੰਗਸ ਲਿਖੀਆਂ ਹੁੰਦੀਆਂ। ਉਹਦੇ ਵਿੱਚ ਮੇਨ ਸੀਗੀਆਂ ਬ੍ਰੇਕਿੰਗ ਕਪੈਸਿਟੀ, ਵੀ ਇਹਦੀ ਮੈਕਸਿਮਮ ਬ੍ਰੇਕਿੰਗ ਕਪੈਸਿਟੀ, ਸਰਕਟ ਨੂੰ ਬ੍ਰੇਕ ਕਰਨ ਦੀ ਕਿੰਨੀ ਕਪੈਸਿਟੀ ਹੈਗੀ ਆ। ਇਹਨੂੰ ਆਪਾਂ MVA ਦੇ ਫਾਰਮ ਦੇ ਵਿੱਚ MVA, ਇਹਦੇ ਯੂਨਿਟਸ ਜਿਹੜੇ ਆ MVA, ਕਪੈਸਿਟੀ ਕਿੰਨੀ ਕਪੈਸਿਟੀ ਹੈਗੀ ਆ, ਕਰੰਟ ਨਹੀਂ ਕਪੈਸਿਟੀ। ਕਰੰਟ ਇਹਨੂੰ ਬ੍ਰੇਕਿੰਗ ਕਰੰਟ ਵੀ ਕਹਿ ਸਕਦੇ ਹਾਂ, ਬ੍ਰੇਕਿੰਗ ਕਰੰਟ ਕਪੈਸਿਟੀ, ਅਤੇ ਜਾਂ ਇਹਨੂੰ ਸਿੱਧੀ ਤੁਸੀਂ ਬ੍ਰੇਕਿੰਗ ਕਪੈਸਿਟੀ ਵੀ ਕਹਿ ਸਕਦੇ ਹਾਂ। ਉਸ ਤੋਂ ਬਾਅਦ ਮੇਕਿੰਗ ਕਪੈਸਿਟੀ, ਵੀ ਸਰਕਟ ਬ੍ਰੇਕਰ ਨੂੰ ਅਗਰ ਆਪਾਂ ਫਾਲਟੀ ਕੰਡੀਸ਼ਨ ਦੇ ਵਿੱਚ ਸਰਕਟ ਬ੍ਰੇਕਰ ਨੂੰ ਓਪਰੇਟ ਕਰ ਦਈਏ ਤਾਂ ਫਸਟ ਸਾਈਕਲ ਜਿਹੜਾ ਉਹਦਾ ਹਾਫ ਹੈ, ਪਹਿਲੇ ਸਾਈਕਲ ਦਾ ਫਸਟ ਹਾਫ ਜਿਹੜਾ ਉਹਦੇ 'ਚ ਕਿੰਨੀ ਉਹੋ ਜਿਹੀ ਜਿਹੜੇ ਕੰਪੋਨੈਂਟਸ DC ਅਤੇ AC ਕੰਪੋਨੈਂਟਸ ਦੀ ਕਿੰਨੀ ਉਹਦੀ ਜਿਹੜੀ ਇਲੈਕਟ੍ਰੋਮੈਗਨੈਟਿਕ ਸਟ੍ਰੈਸਿਸ ਜਿਹੜੀਆਂ ਉਹਨੂੰ ਅਵੇਅਰ ਕਰਦਾ ਹੈਗਾ, ਮਤਲਬ
ਚੱਲਦਾ ਹੈਗਾ ਸਰਕਟ ਬ੍ਰੇਕਰ, ਉਹ ਆਪਾਂ ਪੜ੍ਹਿਆ ਸੀ, ਉਹਨੂੰ ਆਪਾਂ ਕਹਿੰਦੇ ਮੇਕਿੰਗ ਕਪੈਸਿਟੀ। ਤੇ ਉਸ ਤੋਂ ਬਾਅਦ ਆਪਾਂ ਪੜ੍ਹਿਆ ਸੀ ਲਾਸਟ ਵਿੱਚ ਸ਼ਾਰਟ ਟਾਈਮ ਕਪੈਸਿਟੀ, ਵੀ ਥੋੜ੍ਹੇ ਟਾਈਮ ਲਈ, ਕਿੰਨੇ ਟਾਈਮ ਲਈ ਸਰਕਟ ਬ੍ਰੇਕਰ ਵਿੱਚ ਆਪਾਂ ਸ਼ਾਰਟ ਕਰੰਟ ਜਿਹੜਾ ਆ, ਫਾਲਟੀ ਕਰੰਟ ਜਿਹੜਾ ਉਹ ਆਪਾਂ ਲਗਾ ਸਕਦੇ ਹੈਗੇ ਆ। ਤਾਂ ਉਸ ਤੋਂ ਬਾਅਦ ਨਾਰਮਲ ਕਰੰਟ, ਤਾਂ ਆਮ ਤੌਰ 'ਤੇ ਜਿਹੜੀ ਹੈ ਨਾਰਮਲ ਕੰਡੀਸ਼ਨਸ ਦੇ ਵਿੱਚ ਫ੍ਰੀਕੁਐਂਸੀ ਔਰ ਵੋਲਟੇਜ ਸੇਮ ਰਹਿਣ ਦੇ ਕੰਡੀਸ਼ਨ ਦੇ ਵਿੱਚ ਸਰਕਟ ਬ੍ਰੇਕਰ ਦੇ ਵਿੱਚੋਂ ਜਿੰਨਾ ਨਾਰਮਲ ਕਰੰਟ ਫਲੋ ਕਰਦਾ ਉਹਨੂੰ ਆਪਾਂ ਕਹਿੰਦੇ ਹਾਂ ਨਾਰਮਲ ਕਰੰਟ ਰੇਟਿੰਗ। ਇੱਥੇ ਤੱਕ ਆਪਾਂ ਇਹ ਸਾਰਾ ਪੜ੍ਹਿਆ ਸੀ। ਤੇ ਹੁਣ ਅੱਜ ਦਾ ਜਿਹੜਾ ਆਪਣਾ ਟੌਪਿਕ ਹੈ ਉਹ ਹੈ ਕਲਾਸੀਫਿਕੇਸ਼ਨ ਆਫ ਸਰਕਟ ਬ੍ਰੇਕਰਸ, ਵੀ ਸਰਕਟ ਬ੍ਰੇਕਰ ਜਿਹੜੇ ਆ ਕਿੰਨੀ ਤਰ੍ਹਾਂ ਦੇ ਹੁੰਦੇ ਆ, ਉਹਨਾਂ ਕੀ ਕਲਾਸੀਫਿਕੇਸ਼ਨ ਹੈਗੀ ਆ, ਉਹ ਆਪਾਂ ਅੱਜ ਦਾ ਆਪਣਾ ਇਹ ਜਿਹੜਾ ਟੌਪਿਕ ਹੈ ਆਪਾਂ ਮੇਨ ਅਗਲਾ ਟੌਪਿਕ ਜਿਹੜਾ ਪੜ੍ਹਨਾ ਹੈਗਾ। ਹੁਣ ਦੇਖੋ ਕਹਿ ਰਿਹਾ ਕਿ ਕਲਾਸੀਫਿਕੇਸ਼ਨ ਆਫ ਸਰਕਟ ਬ੍ਰੇਕਰ ਕਿਸ ਤਰ੍ਹਾਂ ਹੈ ਇਹ ਦੇਖੋ ਆਪਾਂ ਪੜ੍ਹਦੇ ਹਾਂ। ਦੇਅਰ ਆਰ ਸੈਵਰਲ ਮੈਥਡਸ ਆਫ ਕਲਾਸੀਫਿਕੇਸ਼ਨ ਆਫ ਸਰਕਟ ਬ੍ਰੇਕਰਸ, ਕਈ ਮੈਥਡਸ ਨਾਲ ਆਪਾਂ ਨੂੰ ਕਲਾਸੀਫਾਈ ਕਰ ਸਕਦੇ ਹਾਂ ਸਰਕਟ ਬ੍ਰੇਕਰਸ ਨੂੰ, ਬਹੁਤ ਸਾਰੇ ਮੈਥਡ ਨੇ। ਦ ਮੋਸਟ ਜਨਰਲ ਵੇ ਆਫ ਦਾ ਰੇਟਿੰਗ ਆਫ ਸਰਕਟ ਬ੍ਰੇਕਰ ਇਜ਼ ਬਾਏ ਦਾ ਆਰਕ ਐਕਸਟੈਂਸ਼ਨ ਮੀਡੀਅਮ। ਆਰਕ ਐਕਸਟੈਂਸ਼ਨ ਮੀਡੀਅਮ ਦੇ ਵਿੱਚ ਆਪਾਂ ਕਿਸ ਤਰ੍ਹਾਂ ਕਿਹੜਾ ਆਰਕ ਐਕਸਟੈਂਸ਼ਨ ਮੀਡੀਅਮ ਯੂਜ਼ ਕਰਦੇ ਹਾਂ, ਅਤੇ ਉਹਦੀ ਜਿਹੜੀ ਆ ਵੇ ਮਤਲਬ ਜਨਰਲ ਵੇ ਕੀ ਹੈਗਾ, ਕਰੰਟ ਰੇਟਿੰਗ ਕੀ ਹੈਗੀ ਆ ਬ੍ਰੇਕਰ ਦੀ, ਤਾਂ ਉਹਦੇ 'ਚ ਆਰਕ ਐਕਸਟੈਂਸ਼ਨ ਮੇਨ ਆਪਾਂ ਕੰਸੀਡਰ ਕਰਕੇ ਮੰਨਦੇ ਹਾਂ। ਅਤੇ ਇਹਦਾ ਕਰਕੇ ਆਪਾਂ ਇਹਨੂੰ ਕਲਾਸੀਫਾਈ ਕਰਦੇ ਹਾਂ। ਕਹਿੰਦਾ ਅੱਗੇ ਕਹਿੰਦਾ ਦ ਆਰਕ ਐਕਸਟੈਂਸ਼ਨ ਕੈਨ ਈਜ਼ੀਲੀ ਬੀ ਡਨ ਬਾਈ ਯੂਜ਼ਿੰਗ ਦਾ ਡਿਫਰੈਂਟ ਮੀਡੀਅਮ। ਹੁਣ ਕਿਉਂਕਿ ਆਰਕ ਐਕਸਟੈਂਸ਼ਨ ਮੀਨਸ ਮੇਨ ਮਕਸਦ ਸਰਕਟ ਬ੍ਰੇਕਰ ਦੇ ਵਿੱਚ ਮੇਨ ਸਾਰੀ ਕੰਸਨਟ੍ਰੇਸ਼ਨ ਜਿਹੜੀ ਆ ਉਹ ਮੇਨ ਖਾਸ ਤੌਰ 'ਤੇ ਜਿਹੜੇ ਹਾਈ ਵੋਲਟੇਜ ਸਰਕਟ ਬ੍ਰੇਕਰਸ ਹੁੰਦੇ ਆ ਜਾਂ ਲੋ ਵੋਲਟੇਜ ਸਰਕਟ ਬ੍ਰੇਕਰ ਮੀਨਸ ਜਿੱਦਾਂ ਇਹਦੇ ਵਿੱਚ ਮੇਨ ਆਰਕ ਜਿਹੜੀ ਆ ਮਤਲਬ ਜਿਹੜੀ ਆਰਕ ਜਨਰੇਟ ਹੁੰਦੀ ਆ ਉਹਨੂੰ ਕਿੱਦਾਂ ਖ਼ਤਮ ਕਰਨਾ, ਆਪਾਂ ਸਭ ਤੋਂ ਵੱਡੀ ਟੈਨਸ਼ਨ ਜਿਹੜੀ ਇਹ ਹੁੰਦੀ ਆ। ਉਹਦੇ ਲਈ ਕਹਿੰਦਾ ਦੇਖੋ ਡਿਫਰੈਂਟ ਮੀਡੀਅਮ ਲਾਈਕ ਏਅਰ, ਇੰਸੂਲੇਟਰਸ, ਗੈਸ, ਵੈਕਿਊਮ ਅਤੇ ਡਾਇਲੈਕਟ੍ਰਿਕ, ਮਤਲਬ ਕਈ ਸਾਰੇ ਮੀਡੀਅਮਸ ਹੁੰਦੇ ਆ, ਇੱਕ ਏਅਰ, ਫਿਰ ਇੰਸੂਲੇਟਰ, ਫਿਰ ਗੈਸ, ਫਿਰ ਵੈਕਿਊਮ ਅਤੇ ਡਾਇਲੈਕਟ੍ਰਿਕ ਐਕਸੈਕਟਰਾ। ਉਸ ਤੋਂ ਬਾਅਦ ਕਹਿੰਦਾ ਬਾਏ ਦਾ ਆਰਕ ਐਕਸਟੈਂਸ਼ਨ ਮੀਡੀਅਮ ਦਾ ਸਰਕਟ ਬ੍ਰੇਕਰ ਇਜ਼ ਕੈਟਰਾਈਜ਼ਡ ਇਨਟੂ 4 ਟਾਈਪਸ। 4 ਤਰ੍ਹਾਂ ਦੇ ਜਿਹੜੇ ਆ ਇਹ ਆਪਣਾ ਸਰਕਟ ਬ੍ਰੇਕਰਸ ਆਪਾਂ ਜਿਹੜੇ ਮੰਨਦੇ ਹੈਗੇ ਆ ਆਰਕ ਐਕਸਟੈਂਸ਼ਨ ਦੇ ਹਿਸਾਬ ਨਾਲ। ਕਿੱਦਾਂ ਦੇ ਆਰ ਦਾ ਏਅਰ ਬ੍ਰੇਕ ਸਰਕਟ ਬ੍ਰੇਕਰ, ਫਿਰ ਏਅਰ ਬਲਾਸਟ ਸਰਕਟ ਬ੍ਰੇਕਰਸ, ਫਿਰ ਸਲਫਰ ਹੈਕਸਾਫਲੋਰਾਈਡ ਸਰਕਟ ਬ੍ਰੇਕਰ ਅਤੇ ਵੈਕਿਊਮ ਸਰਕਟ ਬ੍ਰੇਕਰ। ਇਹਦੇ ਵਿੱਚ ਜਿੱਦਾਂ ਪਹਿਲੇ ਵਿੱਚ ਏਅਰ ਹੈ, ਦੂਜੇ 'ਚ ਗੈਸ ਹੈ, ਤੀਜੇ 'ਚ ਵੈਕਿਊਮ ਹੈ, ਸਾਰੀਆਂ 'ਚ ਕੀ ਹੈ ਦੈਟ ਆਲ ਆਰ ਦਾ ਡਾਇਲੈਕਟ੍ਰਿਕ ਮੀਡੀਅਮ ਜਿਹੜਾ ਆਪਾਂ ਯੂਜ਼ ਕਰਦੇ ਹਾਂ ਟੂ ਕੁਇੰਚ ਦਾ ਆਰਕ ਨੂੰ ਖਤਮ ਕਰਨ ਲਈ। ਜਿਹੜਾ ਆਪਾਂ ਮਟੀਰੀਅਲ ਯੂਜ਼ ਮਤਲਬ ਮੈਥਡ ਯੂਜ਼ ਕਰਦੇ ਹਾਂ ਉਹਦੇ ਮੁਤਾਬਕ ਇਹਦੀ ਕਲਾਸੀਫਿਕੇਸ਼ਨ ਸਰਕਟ ਬ੍ਰੇਕਰਸ ਦੀ ਆਪਾਂ ਕਰਦੇ ਹਾਂ। ਪਹਿਲੇ ਦੇ ਵਿੱਚ ਆਪਾਂ ਦੇਖੋ ਏਅਰ ਬਲਾਸਟ ਸਰਕਟ ਬ੍ਰੇਕਰ ਏਅਰ ਬ੍ਰੇਕ ਸਰਕਟ ਬ੍ਰੇਕਰ ਦੇ ਵਿੱਚ ਆਪਾਂ ਏਅਰ ਦਾ ਬਲਾਸਟ ਜਿਹੜਾ ਕੰਟੈਕਟਸ ਜਿਹੜੇ ਆ ਉਹਦੇ 'ਚ ਜਿਹੜੀ ਆਰਕ ਬਣੀ ਉਹਦੇ ਉੱਤੇ ਮਾਰਦੇ ਹਾਂ ਤਾਂ ਉਸ ਆਰਕ ਨੂੰ ਕੁਇੰਚ ਕਰਦੇ ਹਾਂ। ਫਿਰ ਕਹਿੰਦਾ ਜਾਂ ਉਹਦੀ ਜਗ੍ਹਾ 'ਤੇ ਸਲਫਰ ਹੈਕਸਾਫਲੋਰਾਈਡ ਗੈਸ ਵੀ ਆਪਾਂ ਯੂਜ਼ ਕਰ ਸਕਦੇ ਹਾਂ। ਸਲਫਰ ਹੈਕਸਾਫਲੋਰਾਈਡ ਗੈਸ ਜਿਹੜੀ ਹੈ ਯੂਜ਼ ਕੀਤੀ ਜਾ ਸਕਦੀ ਹੈ ਇੰਸਟੈਡ ਆਫ ਏਅਰ, ਠੀਕ ਹੈ ਜੀ। ਅਤੇ ਤੀਜਾ ਹੈ ਵੈਕਿਊਮ, ਆਪਾਂ ਨਾ ਏਅਰ ਯੂਜ਼ ਕਰੀਏ ਨਾ ਗੈਸ ਯੂਜ਼ ਕਰੀਏ, ਉਲਟਾ ਜਿੱਥੇ ਸਰਕਟ ਬ੍ਰੇਕਰ ਦੇ ਕੰਟੈਕਟਸ ਹੈਗੇ ਆ ਉਹਦੇ ਵਿੱਚ ਉਹਨੇ ਪੋਰਸ਼ਨ ਦੇ ਵਿੱਚ ਆਪਾਂ ਵੈਕਿਊਮ ਅਗਰ ਜਨਰੇਟ ਕਰ ਦਈਏ ਤਾਂ ਉਹ ਬਣ ਜਾਂਦੇ ਵੈਕਿਊਮ ਸਰਕਟ ਬ੍ਰੇਕਰ। ਹੁਣ ਦੇਖੋ ਇੱਕ ਬਲੌਕ ਡਾਇਗਰਾਮ ਬਣਾਈ ਹੋਈ ਹੈ, ਇਹਦੇ ਵਿੱਚ ਆਪਾਂ ਪੜ੍ਹਦੇ ਹਾਂ। ਕਹਿੰਦਾ ਕਲਾਸੀਫਿਕੇਸ਼ਨ ਆਫ ਸਰਕਟ ਬ੍ਰੇਕਰ ਇਜ਼ ਸ਼ੋਨ ਇਨ ਦਾ ਫਿਗਰ ਬਿਲੋ, ਕਿ ਇਹਦੇ ਵਿੱਚ ਕੀ ਹੈ ਦੇਖੋ। ਸਭ ਤੋਂ ਪਹਿਲਾਂ ਟੌਪ 'ਤੇ ਬਲੂ ਕਲਰ ਵਾਲਾ ਜਿਹੜਾ ਬਲੌਕ ਬਣਿਆ ਉਹਦੇ 'ਚ ਲਿਖਿਆ ਸਰਕਟ ਬ੍ਰੇਕਰ, ਮਤਲਬ ਸਰਕਟ ਬ੍ਰੇਕਰ ਇੱਕ ਕੀ ਹੈ। ਉਹਦੇ ਵਿੱਚ ਇਹਦੇ 2 ਟਾਈਪਸ ਥੱਲੇ ਸ਼ੋ ਕੀਤੇ ਰੈੱਡ ਕਲਰ 'ਚ, ਇੱਕ ਹੁੰਦਾ AC ਸਰਕਟ ਬ੍ਰੇਕਰ, ਦੂਜਾ ਹੁੰਦਾ DC ਮਤਲਬ ਕਰੰਟ ਅਕੋਰਡਿੰਗ ਟੂ ਕਰੰਟ, ਜਿਹੜਾ ਕਰੰਟ ਦਾ ਫਲੋ ਹੈ ਉਹਦੇ ਮੁਤਾਬਿਕ ਇੱਕ AC ਸਰਕਟ ਬ੍ਰੇਕਰਸ ਆਪਾਂ ਮੰਨ ਕੇ ਚੱਲਦੇ ਹਾਂ, ਅਤੇ ਦੂਜੇ ਨੂੰ ਆਪਾਂ ਕਹਿੰਦੇ ਹਾਂ DC ਸਰਕਟ ਮਤਲਬ AC ਲਈ AC ਸਰਕਟ ਬ੍ਰੇਕਰ, ਅਤੇ ਜਿੱਥੇ DC ਸਪਲਾਈ ਆਪਾਂ ਟਰਾਂਸਮਿਟ ਕਰਨੀ ਆ ਉਹਦੇ ਲਈ DC ਸਰਕਟ ਬ੍ਰੇਕਰ। ਹੁਣ ਪਹਿਲਾਂ ਆਪਾਂ ਖੱਬੇ ਪਾਲੇ ਪਾਸੇ AC ਸਰਕਟ ਬ੍ਰੇਕਰ ਦੇ ਜਿਹੜੇ ਆ ਉਹ ਕਿਹੜੇ 2 ਟਾਈਪ ਦੇ ਕੰਮ ਫਰਦਰ ਬਣਦੇ ਆ। ਇੱਕ ਹੈ ਹਾਈ ਵੋਲਟੇਜ ਸਰਕਟ ਬ੍ਰੇਕਰ, ਅਤੇ ਉਹਦੇ ਨਾਲ ਹਰੇ ਵਾਲੇ ਗਰੀਨ ਵਾਲੇ ਜਿਹੜੇ ਥੱਲੇ 3 ਬਲੌਕ ਬਣੇ ਆ ਉਹਦੇ 'ਚੋਂ ਰਾਈਟ ਵਾਲੇ 2 ਬਲੌਕ ਦੇਖੋ ਉਹ AC ਸਰਕਟ ਬ੍ਰੇਕਰ ਦੇ ਬਲੌਕ ਨੇ। ਫਰਦਰ ਕਿੰਨੇ ਟਾਈਪ ਦੇ 2 ਟਾਈਪ ਦੇ ਕਿਹੜੇ ਹਾਈ ਵੋਲਟੇਜ ਸਰਕਟ ਬ੍ਰੇਕਰ ਅਤੇ ਲੋ ਵੋਲਟੇਜ ਸਰਕਟ ਬ੍ਰੇਕਰ। ਅਤੇ DC ਸਰਕਟ ਬ੍ਰੇਕਰ ਉੱਪਰਲਾ ਰੈੱਡ ਆ ਉਹਦਾ ਦੇਖੋ ਇੱਕੋ ਹੀ ਹੈ, ਬਸ ਉਹ ਹੈ ਹਾਈ ਵੋਲਟੇਜ DC ਸਰਕਟ ਬ੍ਰੇਕਰ, ਹਾਈ ਵੋਲਟੇਜ ਲੋ ਵੋਲਟੇਜ ਨਹੀਂ, ਹਾਈ ਵੋਲਟੇਜ DC ਸਰਕਟ ਬ੍ਰੇਕਰ। ਹੁਣ ਫਿਰ ਖੱਬੇ ਪਾਸੇ ਜਿਹੜੇ ਗਰੀਨ ਵਾਲੇ ਬਲੌਕ ਬਣੇ ਆ 2 ਦੇਖੋ ਉੱਪਰੋਂ ਤੀਜੇ ਨੰਬਰ 'ਤੇ, ਇਹ ਗਾਂ ਫਰਦਰ ਫਿਰ ਡਿਵਾਈਡ ਹੁੰਦੇ। ਦੇਖੋ ਜਿਹੜਾ ਲੋ ਸਰਕਟ ਬ੍ਰੇਕਰ ਹੈ ਉਹ ਇੱਕੋ ਟਾਈਪ ਦਾ ਹੁੰਦਾ, ਉਹਦੀ ਗਾਂ ਫਰਦਰ ਮਤਲਬ ਟਾਈਪਸ ਨਹੀਂ ਹੈਗੀਆਂ। ਬਟ ਜਿਹੜਾ ਹਾਈ ਵੋਲਟੇਜ ਸਰਕਟ ਬ੍ਰੇਕਰ ਇਹਦੀਆਂ ਦੇਖੋ 2 ਟਾਈਪਸ ਦੀ ਗਾਂ ਫਰਦਰ ਹੈ।
एक कहता ऑयल सर्कट ब्रेकर सज्जे वाले पासे, दूजे पासे कहता ऑयललैस मीनस विदाउट ऑयल सर्कट ब्रेकर्स। हुण जिहड़ा खब्बे पासे सॉरी जिहड़ा सज्जे पासे है सॉरी जिहड़ा खब्बे पासे है ऑयल सर्कट ब्रेकर, ਉਹਦੇ ਵਿੱਚ देखो किन्ने टाइप दे दो, ਕਿਹੜਾ बल्क ऑयल सर्कट ब्रेकर ते लो ऑयल सर्कट ब्रेकर। मतलब जिहड़ा ਆਪਾਂ सर्कट ब्रेकर यूज़ करते हैं ਜਾਂ ਤਾਂ ਉਹ ज़्यादा तेल वाला यूज़ करते हैं तो ਜਾਂ ਜਿਹੜਾ है वो लो बिल्कुल घट तेल ਜਿਹੜਾ यूज़ ਕਰਦੇ ਹੈਗੇ। दो टाइप ਦੇ ऑयल सर्कट ब्रेकर फर्दर ਗਾਂ ਹੁੰਦੇ ਹੈਗੇ ਆ। बट एयर ब्लास्ट ਜਿਹੜੇ मीनस सॉरी ऑयललैस ਜਿਹੜੇ सर्कट ब्रेकर ਉਹਦੇ ਵਿੱਚ देखो एक है एयर ब्रेक सर्कट ब्रेकर, दूजा है एयर ब्लास्ट सर्कट ब्रेकर, तीजा है SF6 सर्कट ब्रेकर, तो लास्ट वन है वैक्यूम सर्कट ब्रेकर। मतलब एयर ब्रेक, एयर ब्लास्ट, SF6 ਤੇ वैक्यूम, ये चारे जस्ट लाइक टाइप ਕਿਹੜੀ टाइप है गैस ਨਾਲ ਰਿਲੇਟਡ ਜਾਂ वैक्यूम ਆ ਜਾਂ गैस है। बट ये पासे दूजे पासे देखो खब्बे पासे ਜਿਹੜਾ ਬਲੌਕ ਬਣਿਆ ऑयल सर्कट ब्रेकर, ਇਹਦੇ ਵਿੱਚ ਦੋ ਹੀ ਆ, एक है बल्क ऑयल सर्कट ब्रेकर, एक है लो ऑयल सर्कट ब्रेकर। इस तरह आप क्लासीफाइड करते हैं सर्कट ब्रेकर्स ਨੂੰ टॉप तो लैके बॉटम तक, एक तो दो तो तीन तो फिर AC वालियाँ दो तो फिर गां 6 टाइप्स ਜਿਹੜੀਆਂ ਬਣੀਆਂ ਹੈਗੀਆਂ। ਇਹਨਾਂ ਵਿੱਚ ਦੋ टाइप ਦੇ ਵਿੱਚ ਜਿਹੜਾ ਆਪਾਂ ऑयल यूज़ ਕਰਦੇ ਹਾਂ, बाकी ਦੇ 4 टाइप ਦੇ ਵਿੱਚ ਆਪਾਂ गैस इन द फॉर्म ऑफ एयर ਜਾਂ SF6 ਜਾਂ वैक्यूम ਜਿਹੜਾ ਉਹ यूज़ ਕਰਦੇ ਹੈਗੇ। ਇਸ ਤਰ੍ਹਾਂ ਇਹ ਕਲਾਸੀਫਾਈ ਹੁੰਦਾ ਹੈਗਾ ਸਰਕਟ ਬ੍ਰੇਕਰ ਦੇ टाइप्स ਜਿਹੜੇ ਹੈਗੇ ਆ। ਹੁਣ ਦੇਖੋ ਫਰਦਰ ਫਿਰ ਕੁਆਲੀਫਿਕੇਸ਼ਨ ਜਿਹੜੀਆਂ ਕਲਾਸੀਫਿਕੇਸ਼ਨਸ ਆ ਉਹਦੀਆਂ ਫਰਦਰ ਫਿਰ ਆਪਾਂ ਹੋਰ ਉਹਨੂੰ ਡਿਟੇਲ 'ਚ ਦੇਖੋ ਲਿਖਿਆ ਹੈਗਾ। ਕਿਸਾ ਕਹਿੰਦਾ ਅਕੋਰਡਿੰਗ ਟੂ देयर ਸਰਵਿਸਿਜ਼, ਮਤਲਬ ਜਿਹੜੀਆਂ ਆਪਾਂ ਸਰਵਿਸਿਜ਼ ਸਰਕਟ ਬ੍ਰੇਕਰ ਤੋਂ ਲੈਣੀਆਂ ਉਹਦੇ ਮੁਤਾਬਕ ਦਾ ਸਰਕਟ ਬ੍ਰੇਕਰ ਕੈਨ ਬੀ ਕੈਟਰਾਈਜ਼ਡ ਐਜ਼ ਕਿਹੜੀ ਕੈਟਰਾਈਜ਼ ਦੇ ਵਿੱਚ ਆਪਾਂ ਯੂਜ਼ ਕਰਦੇ ਹਾਂ। ਦੇਖੋ ਦੋ ਟਾਈਪ ਦੇ, ਕਿਹੜੀ ਸਰਵਿਸ ਜਿੱਦਾਂ ਦੀ ਸਰਕਟ ਬ੍ਰੇਕਰ ਸਰਵਿਸ ਦੇ ਰਿਹਾ ਉਹਦੇ ਮੁਤਾਬਕ ਆਪਾਂ ਦੋ ਟਾਈਪ ਦੇ ਸਰਕਟ ਬ੍ਰੇਕਰ ਯੂਜ਼ ਕਰ ਸਕਦੇ ਹਾਂ। ਇੱਕ ਹੈ ਆਊਟਡੋਰ ਸਰਕਟ ਬ੍ਰੇਕਰ, ਦੂਜਾ ਹੈ ਇੰਡੋਰ ਸਰਕਟ ਬ੍ਰੇਕਰ। मतलब ਜਿਹੜੇ ਆਊਟਡੋਰ ਮੀਨਸ ਜਿਨ੍ਹਾਂ ਦੇ ਉੱਤੇ ਕੋਈ ਛੱਤ ਨਹੀਂ ਹੈ ਬਟ ਆਪਾਂ ਪੋਲਸ ਦੇ ਉੱਤੇ ਲਗਾ ਸਕਦੇ ਹੈਗੇ ਆ ਸਰਕਟ ਟਰਾਂਸਫਾਰਮਰਸ ਵਗੈਰਾ ਫਿੱਟ ਕਰਕੇ। ਜਿਹੜੇ ਸਰਕਟ ਬ੍ਰੇਕਰਸ ਆ ਸੌਰੀ ਸਬ ਸਟੇਸ਼ਨਸ ਵਗੈਰਾ ਲੱਗੇ ਹੁੰਦੇ ਆ ਜਾਂ ਜਨਰੇਟਰ ਸਟੇਸ਼ਨ ਹੈਗੇ ਉਹਨਾਂ ਦੇ ਜਿਹੜੇ ਬਾਹਰਲੇ ਪਾਸੇ ਉੱਪਰ ਕੁਛ ਨਹੀਂ ਆ, ਦੈਟ ਆਰ ਕਾਲਡ ਆਊਟਡੋਰ ਸਰਕਟ ਬ੍ਰੇਕਰ। ਦੂਜੇ ਹੁੰਦੇ ਇੰਡੋਰ ਸਰਕਟ ਬ੍ਰੇਕਰ ਜਿਹੜੇ ਆਪਾਂ ਛੋਟੇ ਲੋ ਵੋਲਟੇਜ ਦੇ ਯੂਜ਼ ਕਰਦੇ ਆ, ਕਿਤੇ ਮਤਲਬ ਕੈਬਨ ਬਣੀ ਹੋਈ ਆ ਉਹਦੇ ਵਿੱਚ ਜਿਹੜੇ ਸਰਕਟ ਬ੍ਰੇਕਰਸ ਆਪਾਂ ਰੱਖ ਕੇ ਚਲਾਉਂਦੇ ਹਾਂ, ਦੈਟ ਇਜ਼ ਕਾਲਡ ਇੰਡੋਰ ਸਰਕਟ ਬ੍ਰੇਕਰ। ਉਸ ਤੋਂ ਬਾਅਦ ਦੂਜੇ ਨੰਬਰ 'ਤੇ ਕਹਿੰਦਾ ਦੇਖੋ ਅਕੋਰਡਿੰਗ ਟੂ ਦਾ ਆਪਰੇਟਿੰਗ ਮਕੈਨਿਜ਼ਮ ਆਫ ਸਰਕਟ ਬ੍ਰੇਕਰ ਦੇ ਕੈਨ ਵੀ ਕੈਟਰਾਈਜ਼ਡ ਐਜ਼ ਆਪਰੇਟਿੰਗ ਸਿਸਟਮ। ਕਿਸ ਤਰ੍ਹਾਂ ਆਪਰੇਟ ਕਰਦੇ? ਤਿੰਨ ਤਰ੍ਹਾਂ, ਸਪਰਿੰਗ ਆਪਰੇਟਡ ਸਰਕਟ ਬ੍ਰੇਕਰ, ਨਿਊਮੈਟਿਕ ਸਰਕਟ ਬ੍ਰੇਕਰ ਅਤੇ ਹਾਈਡ੍ਰੋਲਿਕ ਸਰਕਟ ਬ੍ਰੇਕਰ। ਮਤਲਬ ਤਿੰਨ ਤਰ੍ਹਾਂ ਦੇ ਸਰਕਟ ਬ੍ਰੇਕਰ। ਕਿਸ ਤਰ੍ਹਾਂ ਦੇ ਉਹਦੇ ਜਿਹੜੇ ਕੰਟੈਕਟਸ ਨੇ ਉਹਨੂੰ ਆਪਾਂ ਕਿਸ ਤਰ੍ਹਾਂ ਮਤਲਬ ਜਿੱਦਾਂ ਆਪਰੇਟ ਕਰਦੇ ਹੈਗੇ ਉਹ ਡਿਪੈਂਡ ਕਰਦਾ ਹੈਗਾ ਤਿੰਨ ਤਰ੍ਹਾਂ ਦੇ ਸਿਸਟਮ ਨਾਲ, ਸਪਰਿੰਗ, ਨਿਊਮੈਟਿਕ ਅਤੇ ਹਾਈਡ੍ਰੋਲਿਕ। ਉਸ ਦਾ ਕਹਿੰਦਾ ਅਕੋਰਡਿੰਗ ਟੂ ਵੋਲਟੇਜ ਲੈਵਲ ਆਫ ਇੰਸਟਾਲੇਸ਼ਨ ਟਾਈਪਸ ਆਫ ਸਰਕਟ ਬ੍ਰੇਕਰ ਆਰ ਰੈਫਰਡ ਐਜ਼ ਕਿਹੜੇ ਆ? ਇਹ ਹੈ ਹਾਈ ਵੋਲਟੇਜ ਸਰਕਟ ਬ੍ਰੇਕਰ, ਮੀਡੀਅਮ ਵੋਲਟੇਜ ਸਰਕਟ ਬ੍ਰੇਕਰ ਅਤੇ ਲੋ ਵੋਲਟੇਜ ਸਰਕਟ ਬ੍ਰੇਕਰ। ਇਸ ਤਰ੍ਹਾਂ ਆਪਾਂ ਸਰਕਟ ਬ੍ਰੇਕਰਸ ਨੂੰ ਕਲਾਸੀਫਾਈ ਕਰ ਸਕਦੇ ਹਾਂ ਫਰਦਰ ਅਕੋਰਡਿੰਗ ਟੂ ਯੂਜ਼ ਜਾਂ ਅਕੋਰਡਿੰਗ ਟੂ ਵੋਲਟੇਜ, ਕਿੰਨੀ ਉਹਦੀ ਵੋਲਟੇਜ ਹੈ ਜਾਂ